वाहिगुरु। ਤੇ ਅੱਜ ਦੇਖੋ ਉਹਨਾਂ ਅਸਥਾਨਾਂ ਦੇ ਉੱਤੇ ਕਿੱਦਾਂ ਦੁਨੀਆ ਨਮਸਤਕ ਹੁੰਦੀ ਹੈ। ਕਈ ਘੰਟੇ ਲਾਈਨ 'ਚ ਲੱਗਣਾ ਪੈਂਦਾ, ਤਦ ਜਾ ਕੇ ਦਰਸ਼ਨਦਾਰੀ ਕਰਨ ਅੰਦਰ ਜਾਂਦੇ ਹੋ ਤੁਸੀਂ ਦਰਬਾਰ ਦੇ ਵਿੱਚ। ਉੱਦਾਂ ਹੀ ਦੂਸਰੇ ਭਗਤ ਜਨ ਵੀ ਹੈ, ਜਿੰਨੇ ਵੀ ਭਗਤ ਜਨ ਨੇ ਸਾਰਿਆਂ ਦਾ ਜੀਵਨ ਦੇਖ ਲਓ। ਹੁਣ 15 ਭਗਤ ਗੁਰਬਾਣੀ ਵਿੱਚ ਦਰਜ ਹੈ, ਇਹਨਾਂ ਦਾ ਜੀਵਨ ਪੜ੍ਹਨਾ ਦੇਖ ਲਓ, ਸੁਣਨਾ ਦੇਖ ਲਓ। ਇਹਨਾਂ ਦੇ ਭਾਈ ਕੋਈ ਕੱਚੀਆਂ ਝੋਪੜੀਆਂ ਵਿੱਚ ਰਹਿਣ ਵਾਲੇ ਸੀ, ਕੱਖਾਂ ਦੀ ਕੁੱਲੀ 'ਚ ਰਹਿੰਦੇ ਸੀ, ਰੋਟੀ ਪਾਣੀ ਤੋਂ ਮੁਹਤਾਜ, ਬਹੁਤ ਦੁੱਖ ਸਹੇ ਇਹਨਾਂ ਨੇ। ਤਦ ਦੁਨੀਆ ਨੂੰ ਇਹਨਾਂ ਦੀ ਕਦਰ ਨਹੀਂ ਸੀ, ਪਰ ਜਿਸ ਦਿਨ ਹੀ ਫੈਸਲਾ ਕਰ ਦਿੱਤਾ ਵਾਹਿਗੁਰੂ ਨੇ, ਹੁਣ ਸਾਰੀ ਉਮਰ ਤਾਂ ਉਹ ਸਿੱਖਦੇ ਰਹੇ, ਬੰਦਗੀ ਕਰਦੇ ਰਹੇ, ਪਰ ਅਖੀਰ ਸਵਾਸ ਨੂੰ ਪੂਰਾ ਕਰਨ ਉਪਰੰਤ ਜਦੋਂ ਉਸ ਸੱਚੇ ਦਰਬਾਰ 'ਚ ਗਏ, ਉੱਥੇ ਉਹਨਾਂ ਦੀ ਹਾਜ਼ਰੀ ਲੱਗੀ ਤੇ ਦੇਖਿਆ ਬਈ ਇਹਨਾਂ ਦਾ ਪ੍ਰੇਮ ਤਾਂ ਬਹੁਤ ਉੱਚਾ, ਇਹਨਾਂ ਨੂੰ ਤਾਂ ਦੇਣ ਵਾਸਤੇ ਮੇਰੇ ਕੋਲ ਹੈ ਹੀ ਕੁਛ ਵੀ ਨਹੀਂ ਹੈ। ਇਹ ਜੋ ਕੁਛ ਵੀ ਦੇਣਾ ਸਾਰੇ ਦਾ ਸਾਰਾ ਫਿੱਕੇ ਦਾ ਫਿੱਕਾ, ਕਿ ਜੇ ਇਹਨਾਂ ਨੂੰ ਮੈਂ ਕੋਈ ਧਰਤੀ ਦੇਵਾਂ, ਬ੍ਰਹਿਮੰਡ ਦੇਵਾਂ, ਹੀਰੇ ਮੋਤੀ ਦੀਆਂ ਖਾਣਾ ਦੇ ਦੇਵਾਂ, ਉਹ ਤਾਂ ਇਹਨਾਂ ਦੀ ਭਗਤੀ ਦੀ ਤੋਹੀਨ ਹੈ ਵੀ ਆਹੀ ਕੁਝ ਦੇਣਾ ਸੀ। ਹਾਰ ਕੇ ਪ੍ਰਮਾਤਮਾ ਖੁਦ ਕਹਿੰਦਾ ਨਾ ਬਈ ਤੇਰਾ ਅਦਬ ਸਤਿਕਾਰ ਇਹੀ ਹੈ, ਹੁਣ ਤੂੰ ਮੇਰਾ ਰੂਪ ਬਣ ਜਾ, ਵੀ ਆਪਣਾ ਰੂਪ ਦੇ ਦੇਣਾ ਭਗਤ ਜਨ ਨੂੰ। ਤੇ ਜਿਸ ਨੂੰ ਉਸਨੇ ਆਪਣਾ ਰੂਪ ਦੇ ਦਿੱਤਾ ਭਾਈ, ਫਿਰ ਉਹਨਾਂ ਭਗਤਾਂ ਦੀ 4 ਯੁਗਾਂ ਦੇ ਵਿੱਚ ਉਹਨਾਂ ਦੀ ਉਸਤਤ ਹੁੰਦੀ ਹੈ, ਵਡਿਆਈ ਹੁੰਦੀ ਹੈ। ਭਗਤ ਭਗਤ ਕਰ ਪ੍ਰਗਟਿਆ ਹੈ 4 ਯੁਗਾਂ ਵਿੱਚ ਚਮਰਿਟਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਜੀਵਨ ਸਭ ਨੇ ਦੇਖਿਆ, ਪੜ੍ਹਿਆ। ਵੱਖਰੀ ਗੱਲ ਹੈ ਕਿ ਸਾਨੂੰ ਯਾਦ ਨਹੀਂ ਰਹਿੰਦਾ, ਪਰ ਸਮੇਂ ਦੇ ਨਾਲ ਵਾਹਿਗੁਰੂ ਕਿਰਪਾ ਕਰਦਾ, ਸਾਨੂੰ ਯਾਦ ਦਵਾ ਦਿੰਦਾ। ਭਾਈ ਉਹ ਕੋਈ ਛੋਟੀ ਮੋਟੀ ਹਸਤੀ ਨਹੀਂ ਹੈ, ਉਹਨਾਂ ਦਾ ਤਾਂ ਭਾਈ 4 ਯੁੱਗਾਂ ਦੇ ਵਿੱਚ ਨਾਮ ਹੈ। ਭਗਤ ਇੱਕ ਯੁੱਗ ਦੇ ਨਹੀਂ ਹੁੰਦੇ, ਉਹ ਯੁੱਗਾਂ ਦੇ ਹੁੰਦੇ। ਔਰ ਇੰਨੀਆਂ ਮਹਾਨ ਆਤਮਾ ਹੁੰਦੀਆਂ, ਭਾਵੇਂ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਸੀ, ਪਰ ਫਿਰ ਵੀ ਰਾਜੇ ਮਹਾਰਾਜੇ ਤੱਕ ਆ ਕੇ ਚਾਨੀ ਡਿੱਗਦੇ ਸੀ, ਸਲਾਮਾਂ ਕਰਦੇ ਸੀ, ਕਿਉਂਕਿ ਬੰਦਗੀ ਇੰਨੀ ਉੱਚੀ ਸੀ। ਪਹਿਲਾਂ ਹੀ ਨਿਰਣਾ ਹੋ ਗਿਆ ਵਾਹਿਗੁਰੂ ਵੱਲੋਂ ਬਈ ਇਹ ਤਾਂ ਮੇਰੇ ਘਰ ਆ ਸਕਦੇ ਹੈ, ਇਹ ਤਾਂ ਮੇਰਾ ਰੂਪ ਬਣਨਗੇ। ਪਹਿਲਾਂ ਹੀ ਮਾਨ ਸਨਮਾਨ ਮਿਲ ਗਿਆ ਭਾਈ। ਭਗਵਾਨ ਵਾਲਮੀਕ ਮਹਾਰਾਜ ਜਿਨ੍ਹਾਂ ਤੁਹਾਨੂੰ ਇਤਿਹਾਸ ਸੁਣਾਈਏ ਤਾਂ ਮੁੱਕਦਾ ਨਹੀਂ ਹੈ, ਬਹੁਤਾ ਤਾਂ ਅਸੀਂ ਜਾਣਦੇ ਨਹੀਂ ਹੈ, ਕਿਉਂਕਿ ਇਹਨਾਂ ਦੀ ਜੋ ਪਾਵਰ ਸੀ, ਤਾਕਤ ਸੀ ਨਾ, ਬਹੁਤ ਉੱਚੀ ਸੀ। ਇਹਨਾਂ ਦੇ ਬਹੁਤੇ ਗ੍ਰੰਥ ਤਾਂ ਗੁੰਮ ਹੀ ਕਰ ਦਿੱਤੇ ਭਾਈ ਵਿੱਚੋਂ। ਜਿੰਨਾ ਕੁ ਅਸੀਂ ਪੜ੍ਹਦੇ ਸੁਣਦੇ ਹਾਂ, ਇਹ ਤਾਂ ਟੁੱਕ ਮਾਤਰ ਹੈ, ਨੋਰਮਲ ਜਿਹੀ ਹੈ। ਜੋ ਕੁਛ ਕੀਤਾ ਉਹਨਾਂ ਨੇ ਸਮਾਜ ਨੂੰ ਜਿਉਣ ਦਾ ਢੰਗ ਦੱਸਿਆ। ਸਭ ਤੋਂ ਪਹਿਲਾਂ ਜੇ ਸੰਸਾਰ ਦੇ ਵਿੱਚ ਕਿਸੇ ਨੇ ਕਲਮ ਚੱਕੀ ਸੀ ਨਾ, ਤਾਂ ਕੇਵਲ ਤੋਂ ਕੇਵਲ ਭਗਵਾਨ ਵਾਲਮੀਕ ਮਹਾਰਾਜ, ਕਿ ਉਹਨਾਂ ਨੇ ਕਲਮ ਚੱਕੀ ਸੀ ਭਾਈ, ਕਿ ਲਿਖਣਾ ਸ਼ੁਰੂ ਕੀਤਾ ਸੀ, ਜਿਨ੍ਹਾਂ ਨੇ ਰਾਮਾਇਣ ਲਿਖੀ ਸੀ। ਇਸ ਤੋਂ ਉਪਰੰਤ ਵੀ ਬਹੁਤ ਕੁਝ ਉਹਨਾਂ ਨੇ ਸੰਸਾਰ ਨੂੰ ਗਿਆਨ ਦਿੱਤਾ। ਸੰਸਾਰ ਨੂੰ ਇੱਕ ਕਰਨ ਦਾ ਉਹਨਾਂ ਦਾ ਸਭ ਤੋਂ ਵੱਡਾ ਵੀ ਕਿਵੇਂ ਧਰਮ ਦੀ ਰੱਖਿਆ ਕੀਤੀ ਜਾਂਦੀ ਹੈ। ਇਕੱਲੇ ਸ਼ਾਸਤਰ ਨਹੀਂ, ਭਾਵ ਵੇਦ ਕਿਤਾਬ ਨਹੀਂ, ਜਾਂ ਇਕੱਲੀ ਕਲਮ ਨਹੀਂ ਚੱਕੀ। ਸੰਸਾਰ ਨੂੰ ਧਰਮ ਦੀ ਰੱਖਿਆ ਵਾਸਤੇ, ਹਥਿਆਰ ਚੱਕਣ ਵਾਸਤੇ ਟ੍ਰੇਨਿੰਗ ਦੇਣ ਵਾਲੇ ਵੀ ਉਹੀ, ਕਿ ਉਹਨਾਂ ਨੂੰ ਸਿੱਖਿਆ ਦੇਣ ਵਾਲੇ ਵੀ ਉਹੀ ਹੈ। ਜਿਹੜੀ ਸਿੱਖਿਆ ਉਹਨਾਂ ਕੋਲ ਸੀ, ਕੋਈ ਯੋਧਾ ਨਹੀਂ ਪੈਦਾ ਹੋਇਆ, ਕਿ ਉਹਨਾਂ ਦੇ ਵਿੱਚੋਂ ਤਾਂ ਨਿਕਲੇ ਭਾਈ। ਉਹਨਾਂ ਦੇ ਚੇਲਿਆਂ ਤੋਂ ਤਾਂ ਅੱਗੇ ਦਰੋਣਾਚਾਰੀ ਹੋਇਆ ਸੀ, ਕਿ ਜਿਸ ਵਾਲਮੀਕ ਮਹਾਰਾਜ ਨੇ ਜਿਸ ਨੂੰ ਟ੍ਰੇਨਿੰਗ ਦਿੱਤੀ, ਉਹਦਾ ਇੱਕ ਸਿੱਖ ਸੀ, ਭਾਵ ਚੇਲਾ ਲਾ ਲਈਏ,
ਉਹਦਾ ਅੱਗੇ ਚੇਲਾ ਅਗਾਂਹ ਗਾਂ ਦੀ ਗਾਂ ਰਿਸ਼ੀ ਭਰਦਵਾਜ ਹੋਏ ਨੇ, ਉਹਦੇ ਪੁੱਤਰ ਹੋਏ ਨੇ ਦਰੋਣਾਚਾਰੀ ਹੈ। ਤੇ ਦਰੋਣਾਚਾਰੀ ਹੈ, ਤੁਹਾਨੂੰ ਪਤਾ ਹੀ ਹੈ ਕਿੰਨਾ ਨਾਮ ਉਹਨਾਂ ਦਾ ਉੱਚਾ ਵਾ, ਕਿ ਉਹਨਾਂ ਨੇ ਪਾਂਡਵਾਂ ਕੌਰਵਾਂ ਨੂੰ ਗਿਆਨ ਦਿੱਤਾ। ਤੇ ਪਾਂਡਵਾਂ ਕੌਰਵਾਂ ਦੀ ਪਾਵਰ ਤਾਕਤ ਕਿੰਨੀ ਸੀ। ਭਾਵ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਸੰਸਾਰ ਨੂੰ ਧਰਮ ਦੇ ਮਾਰਗ ਤੇ ਚੱਲਣਾ ਔਰ ਧਰਮ ਦੀ ਰੱਖਿਆ ਵਾਸਤੇ ਤਤਪਰ ਰਹਿਣਾ, ਤਿਆਰ ਰਹਿਣਾ, ਇਹ ਸਾਰਾ ਕੁਝ ਇਹਨਾਂ ਤੋਂ ਹੀ ਚੱਲਦਾ ਆ ਰਿਹਾ ਬਈ। ਅੱਗੇ ਤਾਂ ਵੱਖਰੀਆਂ ਵੱਖਰੀਆਂ ਧਾਰਾਵਾਂ ਹੋ ਗਈਆਂ ਫਿਰ, ਪਰ ਅਸਲ ਦੇ ਵਿੱਚ ਸ਼ੁਰੂਆਤ ਇਹਨਾਂ ਨੇ ਕੀਤੀ ਸੀ। ਬਹੁਤ ਕੁਝ ਸਮਾਜ ਨੇ ਦਿੱਤਾ ਇਹਨਾਂ ਨੇ, ਜੋ ਸਾਤੋਂ ਲੁਕੋਇਆ ਗਿਆ, ਉਹਲੇ ਰੱਖਿਆ ਗਿਆ। ਕਿਉਂਕਿ ਬਈ ਜਿਸ ਤਰ੍ਹਾਂ ਹੁਣ ਵੀ ਦੇਖਦੇ ਹਨ ਕਿ ਐਸੇ ਬਹੁਤ ਸਥਾਨ ਨੇ ਰੰਗਰੇਟੇ ਸਿੰਘਾਂ ਦੇ ਜਿਨ੍ਹਾਂ ਨੂੰ ਜ਼ਿਆਦਾ ਢਾਇਆ ਜਾ ਰਿਹਾ। ਹੁਣ ਮਜ਼੍ਹਬੀ ਸਿੱਖਾਂ ਦਾ ਬੁੰਗਾ ਹੁੰਦਾ ਸੀ ਇੱਥੇ ਦਰਬਾਰ ਸਾਹਿਬ 'ਚ, ਜਾ ਕੇ ਦੇਖੋ ਕਿਤੇ ਨਹੀਂ ਲੱਭਣਾ। ਭਾਵ ਵੀ ਇਹਨਾਂ ਨੂੰ ਉੱਚੇ ਨਹੀਂ ਕਰਨਾ, ਇਹਨਾਂ ਦਾ ਜਿੰਨਾ ਵੱਧ ਤੋਂ ਵੱਧ ਹੁੰਦਾ ਮਿਟਾਇਆ ਜਾ ਰਿਹਾ। ਇਹ ਕੋਈ ਅੱਜ ਦੀ ਗੱਲ ਥੋੜੀ ਹੈ। ਇਹਨਾਂ ਦੇ ਬਹੁਤ ਸਾਰੇ ਗ੍ਰੰਥ ਭਾਈ ਗੁੰਮ ਹੋ ਚੁੱਕੇ ਆ। ਇਹਨਾਂ ਦੇ ਬਹੁਤ ਗ੍ਰੰਥ ਜਿਨ੍ਹਾਂ ਨੇ ਸਾਨੂੰ ਅਥਾਹ ਗਿਆਨ ਦੇਣਾ ਸੀ ਗੁੰਮ ਹੋ ਚੁੱਕੇ ਆ, ਗੁੰਮ ਕਰ ਦਿੱਤੇ, ਗਿਆਨ ਲੁਕੋ ਦਿੱਤਾ। ਜੋ ਕੁਝ ਸਾਨੂੰ ਸੁਣਾਇਆ ਜਾਂਦਾ ਉਹ 'ਚ ਬਹੁਤਾ ਊਟ ਪਟਾਂਗ ਹੀ ਹੈ, ਸਹੀ ਨਹੀਂ ਹੈ। ਪਰ ਉਹਨਾਂ ਦੀ ਭਗਤੀ ਦੇਖੋ, ਉਹਨਾਂ ਦੀ ਪਾਵਰ ਦੇਖੋ, ਤਾਕਤ ਦੇਖੋ ਕਿ ਉਸ ਸਮੇਂ ਦੇ ਦੁਆਪਰ ਦੇ ਅਵਤਾਰ ਉਦੋਂ ਡਿਊਟੀ ਲਾਈ ਕੀ ਸੀ ਕ੍ਰਿਸ਼ਨ ਭਗਵਾਨ। ਹੁਣ ਬਹੁਤਿਆਂ ਨੂੰ ਇਹ ਹੁੰਦਾ ਹੈ ਕਿ ਕ੍ਰਿਸ਼ਨ ਜੀ ਭਗਵਾਨ ਕਿਵੇਂ ਹੋ ਗਏ। ਹੁਣ ਜਦੋਂ ਸਮਝ ਹੋਵੇ ਗੁਰਬਾਣੀ ਦੀ, ਗੁਰਮਤਿ ਦੀ ਸਮਝ ਹੋਵੇ ਨਾ, ਫਿਰ ਪਤਾ ਲੱਗਦਾ। ਆ ਪਿੱਛੇ ਜੇ ਸਮਾਂ ਸੀ ਨਾ ਕਿ ਜਨਮਾਸ਼ਟਮੀ ਵਾਲੇ ਦਿਨ ਗੁਰੂ ਘਰ ਦੇ ਕੀਰਤਨੀਏ ਵੱਲੋਂ ਇਹ ਸ਼ਬਦ ਉਚਾਰਨ ਕੀਤਾ, ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨਹੀਂ ਨੱਚਦਾ। ਉਹ ਰਾਗੀ ਸਿੰਘਾਂ ਨੇ ਗਾ ਦਿੱਤਾ। ਇੰਨਾ ਬਵਾਲ ਹੋਇਆ, ਦਾਸ ਨੇ ਉਦੋਂ ਕਿਹਾ ਭਾਈ ਨੱਚਣ ਦਾ ਤਾਂ ਕੋਈ ਪਤਾ ਨਹੀਂ ਕਿੰਨੇ ਨੱਚਦੇ ਸੀ, ਪਰ ਟੱਪਣਗੇ ਬਹੁਤ। ਬਾਕੀ ਟੱਪੇ ਆ ਬਈ। ਉਹਨਾਂ ਨੂੰ ਪੁੱਛੇ ਵੀ ਤੁਸੀਂ ਕਿਸ ਗੱਲ ਤੇ ਟੱਪੇ ਹੋ, ਤੁਹਾਨੂੰ ਕਿਸ ਗੱਲ ਦੀ ਤਕਲੀਫ ਹੈ। ਹੁਣ ਜਦੋਂ ਗੁਰਬਾਣੀ ਪੜ੍ਹੋ, ਜਦੋਂ ਸਤਿਗੁਰੂ ਪਾਤਸ਼ਾਹ ਦੀ ਗੁਰਬਾਣੀ ਪੜ੍ਹੋ, ਉਹਦੇ ਵਿੱਚ ਨਾਮ ਆਉਂਦਾ ਕਿ ਉਹ ਵਾਕਈ ਰੱਬ ਸੀ, ਉਹ ਵੀ ਭਗਵਾਨ ਹੀ ਸੀ ਬਈ। ਫੁੱਲ ਦਰੋਪਤੀ ਲਖੀ ਹਰ ਪ੍ਰਭ ਜੀ, ਸ਼ੀਂਤ ਵਸਤ ਦੀਨ ਬਹੁ ਸਾਜ। ਕਹਿੰਦੇ ਦਰੋਪਤੀ ਦੀ ਸਾੜੀ ਲੈ ਰਹੀ ਹੈ, ਖਿੱਚ ਰਹੇ ਹੈ, ਲਾਜ ਕਿਨੇ ਰੱਖੀ ਸੀ। ਫੁੱਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਹਰੀ ਪ੍ਰਭੂ ਨੇ ਉਹਦੀ ਲਾਜ ਰੱਖੀ। ਤੇ ਖੜਾ ਕੌਣ ਸੀ? ਖੁਦ ਕ੍ਰਿਸ਼ਨ ਭਗਵਾਨ। ਹਾਂ ਕ੍ਰਿਸ਼ਨ ਕਰੇ ਬਿਲਲਾਂਦੀ, ਕਿਹਨੂੰ ਪੁਕਾਰਿਆ ਸੀ? ਕ੍ਰਿਸ਼ਨ ਭਗਵਾਨ ਨੂੰ। ਤੇ ਦੂਸਰੇ ਪਾਸੇ ਜਦੋਂ ਚੌਥੇ ਪਾਤਸ਼ਾਹ ਦੇ ਸਵੀਏ ਪੜ੍ਹਦੇ ਆ, ਫੁਨ ਦਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਂਤ ਵਸਤਰ ਦੀਨ ਬਹੁ ਸਾਜ। ਕਹਿੰਦੇ ਹਰੀ ਪ੍ਰਮਾਤਮਾ ਨੇ ਉਹਦੀ ਲਾਜ ਰੱਖੀ, ਭਾਵ ਉਹ ਕ੍ਰਿਸ਼ਨ ਭਗਵਾਨ ਨੂੰ ਹਰੀ ਕਿਹਾ। ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਉਹਨੂੰ ਅਸੀਂ ਭਗਵਾਨ ਕਿਉਂ ਕਹਿੰਦੇ। ਕਿਉਂਕਿ ਅਸੀਂ ਗਿਆਨ ਤੋਂ ਅਧੂਰੇ ਆ। ਅਸੀਂ ਜਿੰਨਾ ਕੁ ਸੁਣ ਲਿਆ ਉਹਦੇ ਪਿੱਛੇ ਤੁਰ ਪਏ, ਕਦੇ ਆਪਣੀ ਪੜਚੋਲ ਨਹੀਂ ਕੀਤੀ, ਆਪਣੀ ਸਮਝ ਨਹੀਂ ਰੱਖੀ ਕਿ ਉਸ ਸਮੇਂ ਦਾ ਜੋ ਅਵਤਾਰ ਸੀ ਕ੍ਰਿਸ਼ਨ ਭਗਵਾਨ ਜੀ ਮਹਾਰਾਜ। ਜਿੰਨੇ ਵੀ ਅਵਤਾਰ ਨੇ ਹਰ ਇੱਕ ਦਾ ਭਾਈ ਅਦਬ ਸਤਿਕਾਰ ਪੂਰਾ ਕਰਿਆ ਕਰੋ। ਰਹਿਣਾ ਆਪਣੇ ਨਾਲ ਹੀ ਹੈ, ਆਪਦੇ ਨਾਲ ਰਹਿਣਾ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਦੇ ਚਰਨੀ ਲੱਗੇ ਰਹਿਣਾ, ਪਰ ਉਹਨਾਂ ਦਾ ਕਦੇ ਭੁੱਲ ਕੇ ਦੂਸਰਿਆਂ ਦਾ ਨਰਾਦਰ ਨਾ ਕਰੇ। ਕਬੀਰ ਪੁੰਗਰਾ ਰਾਮ ਅੱਲਾ ਕਾ, ਸਭ ਗੁਰ ਪੀਰ ਹਮਾਰੇ। ਸਾਰੇ ਆਪਣੇ ਹੀ ਹੈ, ਨਰਾਦਰੀ ਨਹੀਂ ਕਰੋ। ਹਮੇਸ਼ਾ ਅਦਬ ਸਤਿਕਾਰ 'ਚ ਰਹੋ। ਆਪਣਾ ਪਿਤਾ ਇੱਕੋ ਹੀ ਹੈ ਗੁਰੂ ਨਾਨਕ। ਉਹ ਦਰਜਾ ਤਾਂ ਨਹੀਂ ਸੀ ਕਿਸੇ ਨੂੰ ਦੇ ਸਕਦੇ, ਕੋਈ ਵੀ ਨਹੀਂ ਦਿੰਦਾ ਹੁੰਦਾ, ਪਰ ਦੂਸਰਿਆਂ ਦਾ ਆਦਰ ਸਤਿਕਾਰ ਸਾਡੇ ਉਵੇਂ ਹੀ ਹੈ। ਹੁਣ ਉਸ ਸਮੇਂ ਦੁਆਪਰ ਦਾ ਅਵਤਾਰ ਕ੍ਰਿਸ਼ਨ ਭਗਵਾਨ
ਪਾਂਡਵਾਂ ਨੇ ਜੰਗ ਕੀਤਾ। ਜਦੋਂ ਮਹਾਭਾਰਤ ਦਾ ਯੁੱਧ ਖਤਮ ਹੋਇਆ, ਹੁਣ ਯੁੱਧ ਹੋਣ ਤੋਂ ਬਾਅਦ ਭਾਵੇਂ ਯੁੱਧ ਦੇ ਵਿੱਚ ਕਿੰਨੀਆਂ ਫੌਜਾਂ ਦਾ ਉੱਥੇ ਲੜਾਈ ਜੰਗ ਯੁੱਧ ਹੋਈ, ਸਭ ਨੂੰ ਪਤਾ ਨਾ। ਤੇ ਯੁੱਧ ਦੇ ਵਿੱਚ ਕਿੰਨੀਆਂ ਹੀ ਫੌਜਾਂ ਮਾਰੀਆਂ ਗਈਆਂ, ਕਿੰਨਾ ਹੀ ਖੂਨ ਡੁੱਲਿਆ। ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਜਿਵੇਂ ਆਪਾਂ ਕਰਦੇ ਹਾਂ, ਉਹਨਾਂ ਨੇ ਵੀ ਭਾਈ ਜੰਗ ਕੀਤਾ। ਉਹ 'ਚ ਖੁਸ਼ੀ ਵੀ ਸੀ, ਵਿਰਾਗ ਵੀ ਸੀ, ਉਦਾਸੀ ਵੀ ਸੀ। ਭਾਵ ਵੀ ਰੱਬ ਅੱਗੇ ਅਰਦਾਸ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਜੰਗ 'ਚ ਫਤਿਹ ਦਵਾਈ, ਉਹਦੇ ਵਾਸਤੇ ਸ਼ੁਕਰਾਨਾ ਵੀ ਹੈ। ਇਸ ਜੰਗ ਦੇ ਵਿੱਚ ਕਿੰਨੇ ਹੀ ਸੈਨਿਕਾਂ ਨੇ, ਸੂਰਮਿਆਂ ਨੇ ਸ਼ਹਾਦਤ ਪਾਈ। ਅਸੀਂ ਉਹਨਾਂ ਨੂੰ ਵੀ ਯਾਦ ਕਰਦੇ ਹਾਂ, ਉਹਨਾਂ ਨੂੰ ਵੀ ਚੜ੍ਹਦੇ ਹਾਂ ਕਲਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ। ਭਾਵ ਉਹਨਾਂ ਨੇ ਜੰਗ ਕੀਤਾ। ਹੁਣ ਜੰਗ ਉੱਥੇ ਆਪਣੇ ਵਾਂਗੂ ਨਹੀਂ ਹੁੰਦਾ ਸੀਗਾ ਵੀ ਆਪਣੇ ਵਾਂਗੂ ਬਸ ਵੀ ਬਾਟੇ ਵਿੱਚ ਦੇਗ ਵਾਲੇ 'ਚ ਅਸੀਂ ਸ੍ਰੀ ਸਾਹਿਬ ਫੇਰੀ ਕਦੇ ਦੇਖਿਆ ਨਹੀਂ, ਖਾ ਲਈ ਕਿ ਨਹੀਂ ਖਾ ਲਈ, ਥਾਂ ਰੱਖਤਾ ਮੂਹਰੇ ਲਾਓ ਪਾਤਸ਼ਾਹ ਜੀ ਲੰਗਰ ਛਕੋ, ਦੇਖਿਆ ਕਰੋ, ਚੈੱਕ ਕਰਿਆ ਕਰੋ, ਖਾਂਦੇ ਤੇ ਹੈ ਨਹੀਂ ਮਹਾਰਾਜ। ਪਰ ਉਸ ਸਮੇਂ ਐਸਾ ਨਹੀਂ ਸੀ ਕਹਿੰਦੇ। ਉਸ ਸਮੇਂ ਕੋਈ ਨਾ ਕੋਈ ਐਸੀ ਨਿਸ਼ਾਨੀ ਰੱਖਦੇ ਸੀ ਕਿ ਜੇ ਇਹ ਇਸ ਵਿੱਚ ਬਦਲਾਅ ਹੋ ਗਿਆ, ਸਮਝ ਲਓ ਸਾਡਾ ਜਗ ਸੰਪੂਰਨ ਹੈ। ਹੁਣ ਪਾਂਡਵਾਂ ਨੇ ਅਸਮੇਤ ਜਗ ਕੀਤਾ। ਉਸ ਜਗ ਦੇ ਵਿੱਚ ਇੱਕ ਸੰਖ ਬੰਨ੍ਹ ਦਿੱਤਾ ਕਿ ਭਾਈ ਉੱਪਰ ਉਚਾਈ ਤੇ ਇੱਕ ਸੰਖ ਰੱਖ ਦਿੱਤਾ, ਬੰਨ੍ਹ ਦਿੱਤਾ। ਜੋ ਵੀ ਕੀਤਾ, ਕਹਿੰਦੇ ਵੀ ਜੇ ਜਗ ਸਾਡਾ ਸੰਪੂਰਨ ਹੋ ਗਿਆ, ਵੀ ਜੇ ਸਾਡਾ ਜਗ ਸੰਪੂਰਨ ਹੋ ਗਿਆ ਤੇ ਸੰਖ ਵੱਜ ਪੈਣਾ। ਇੱਥੇ ਆਪਾਂ ਨੂੰ ਵੀ ਸਮਝ ਲੈਣੀ ਚਾਹੀਦੀ ਹੈ, ਸਾਡੀ ਕੀਤੀ ਹੋਈ ਸੇਵਾ ਦਾ ਜੇ ਸਾਨੂੰ ਫਲ ਮਿਲਣਾ ਸ਼ੁਰੂ ਹੋ ਜਾਏਗੀ, ਸਮਝ ਲਓ ਕਿ ਅਸੀਂ ਸੱਚੇ ਹਾਂ, ਵੀ ਜੋ ਮੈਂ ਸੇਵਾ ਕਰ ਰਿਹਾ ਇਹ ਸੱਚੀ ਹੈ। ਜੇ ਨਹੀਂ ਫਲ ਮਿਲਦਾ, ਦੁੱਖ ਮਿਲਦੇ ਆ ਜਾਂ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸਮਝ ਲਓ ਭਾਈ ਮੈਂ ਹੀ ਝੂਠਾ ਅੰਦਰ। ਇੱਥੇ ਨਿਰਣਾ ਹੋ ਜਾਂਦਾ ਵਾ ਕਿ ਜਦੋਂ ਸੱਚੀ ਸੇਵਾ ਹੁੰਦੀ ਹੈ ਨਾ, ਭਾਵੇਂ ਕੋਈ ਥੋੜੀ ਹੈ ਕੋਈ ਬਹੁਤੀ ਹੈ, ਫਿਰ ਵਾਹਿਗੁਰੂ ਉਹਦਾ ਫਲ ਤਾਂ ਦਿੰਦਾ ਹੀ ਦਿੰਦਾ ਬਈ। ਫਿਰ ਨਿਰਣਾ ਆਪਦੇ ਆਪ ਹੀ ਹੋ ਜਾਂਦਾ ਵਾ। ਉਸ ਤਰ੍ਹਾਂ ਭਾਈ ਸੰਖ ਕਹਿੰਦੇ ਵੱਜੂ ਗਏ, ਸਾਰਿਆਂ ਨੇ ਲੰਗਰ ਪਾਣੀ ਛਕ ਲਿਆ। ਕਹਿੰਦੇ ਜਿੰਨੇ ਦਿਨ ਉਹ ਲੰਗਰ ਚੱਲਦਾ ਨਾ, ਕਹਿੰਦੇ ਜਿੰਨੇ ਹਾਥੀ ਦੀ ਸੁੰਡ ਭਾਰ ਹੁੰਦੀ ਹੈ ਨਾ ਮੋਟੀ, ਇੰਨਾ 18 ਦਿਨ ਲਗਾਤਾਰ ਕਹਿੰਦੇ ਦੇਸੀ ਘਿਓ ਦੀ ਧਾਰ ਚੱਲਦੀ ਹੈ, ਜਿਹਦੇ ਖਾਣੇ ਬਹੁਤ ਵੱਡਾ ਦੇਸੀ ਭਾਈ ਉਦੋਂ ਤਾਂ ਬਹੁਤ ਦੂਰੋਂ ਦੂਰੋਂ ਮੀਰ ਗਰੀਬ ਸਾਰੇ ਹੀ ਹੁੰਦੇ ਆ ਭਾਈ। ਰਾਜੇ ਮਹਾਰਾਜੇ ਅੱਗੇ ਉਹਨਾਂ ਦੀ ਫੌਜਾਂ, ਉਹਨਾਂ ਦੀ ਰਾਜਾ ਬਹੁਤ ਆਉਂਦਾ, ਬਹੁਤ ਖਰਚਾ ਹੁੰਦਾ ਉੱਥੇ। ਵੱਡੇ ਵੱਡੇ ਰਾਜੇ ਕੰਗਾਲ ਹੁੰਦੇ ਜੱਗ ਕਰਨ ਲੱਗੇ। ਆਮ ਆਦਮੀ ਤਾਂ ਬਸ ਤੋਂ ਬਹੁਤ ਦੂਰ ਗੱਲ ਹੈ, ਸੋਚਣਾ ਹੀ ਬਹੁਤ ਦੂਰ ਗੱਲ ਹੈ, ਕਰਨਾ ਤਾਂ ਬਹੁਤ ਦੂਰ ਦੀ ਗੱਲ, ਸੋਚਣਾ ਹੀ ਬਹੁਤ ਵੱਡੀ ਗੱਲ ਹੈ। ਸਾਰਾ ਕੁਝ ਹੋ ਗਿਆ, ਸਭ ਕੁਝ ਵਿਕ ਗਿਆ, ਸੰਖ ਫੇਰ ਨਾ ਵੱਜਿਆ। ਜਦੋਂ ਸੰਖ ਨਾ ਹੀ ਵੱਜਿਆ, ਫਿਰ ਇੱਕ ਜਗ੍ਹਾ ਸੀ ਜਿੱਥੇ ਆ ਕੇ ਬੇਨਤੀ ਕਰਨੀ ਸੀ, ਇਹ ਕਿਸ਼ਨ ਭਗਵਾਨ ਜੀ ਇੱਦਾਂ ਸਾਰਾ ਕੁਝ ਆਪਣਾ ਦਾਅ ਤੇ ਲਾਤਾ, ਹੁਣ ਤਾਂ ਕੁਝ ਵੀ ਨਹੀਂ ਸਾਡੇ ਕੋਲ, ਵੀ ਸੰਖ ਤਾਂ ਵੱਜਿਆ ਹੀ ਨਹੀਂ ਕਿ ਸਾਡਾ ਤਾਂ ਸਫਲ ਹੋ ਗਿਆ, ਸਫਲ ਹੀ ਹੋਇਆ। ਕਿਸ਼ਨ ਜੀ ਕਹਿੰਦੇ ਵੀ ਕੋਈ ਰਹਿ ਗਿਆ ਹੋਣਾ? ਕਹਿੰਦੇ ਮਹਾਰਾਜ ਅਸੀਂ ਤਾਂ ਦੂਰੋਂ ਦਰੇਡਿਆਂ ਤੋਂ ਆਪਣੇ ਰੱਥ ਭੇਜ ਕੇ ਸਾਰੇ ਸੰਤ ਮਹਾਤਮਾ ਨੂੰ ਲੈ ਕੇ ਆਂਦਾ, ਬ੍ਰਹਮਚਾਰੀਆਂ ਸੰਨਿਆਸੀਆਂ ਸਭ ਨੂੰ ਲੈ ਕੇ ਆਂਦਾ, ਸਭ ਨੂੰ ਅਸੀਂ ਲੈ ਕੇ ਆਏ ਹਾਂ। ਫਿਰ ਐਸਾ ਕੌਣ ਰਹਿ ਗਿਆ? ਕਹਿੰਦੇ ਹੈਗਾ ਬਈ, ਜੇ ਉਹ ਆ ਜਾਵੇ ਤੇ ਤੁਹਾਡਾ ਜਗ ਸਫਲ ਹੋ ਸਕਦਾ। ਉਹ ਪੁੱਛਿਆ ਮਹਾਰਾਜ, ਕਹਿੰਦੇ ਠੀਕ ਹੈ ਤੁਸੀਂ ਚਾਨਣ ਦਿਓ। ਕਹਿੰਦੇ ਠੀਕ ਆ ਭਾਈ। ਕਹਿੰਦੇ ਇੱਥੋਂ ਥੋੜੀ ਦੂਰ ਜਾਓਗੇ ਇੱਕ ਝੌਪੜੀ ਮਿਲੇਗੀ। ਜਿਸ ਝੌਪੜੀ ਵਿੱਚ ਰਹਿੰਦੇ ਸੀ ਭਾਈ, ਉਸ ਝੌਪੜੀ ਵੱਲ ਇਸ਼ਾਰਾ ਕੀਤਾ, ਦੱਸਿਆ, ਮਾਰਗ ਦੱਸਿਆ, ਕਹਿੰਦੇ ਉੱਥੇ ਹੈ। ਕਹਿੰਦੇ ਉੱਥੇ ਇੱਕ ਭਗਤ ਰਹਿੰਦਾ, ਰੱਬ ਦਾ ਪਿਆਰਾ, ਉਹਦੇ ਨਾਲ ਮਿਲਿਆ ਹੋਇਆ, ਰੂਹ ਇੱਕੋ ਹੀ ਹੈ, ਨਾ ਹੀ ਬੱਕਰਾ, ਭਾਵੇਂ ਧਰਤੀ 'ਚ ਬੈਠਾ, ਸਮਝ ਲਓ ਕਿ ਖੁਦ ਪ੍ਰਮਾਤਮਾ ਧਰਤੀ ਉੱਤੇ ਸਰੀਰ ਧਾਰ ਕੇ ਬੈਠਾ। ਬਸ ਇੰਨੀ ਪਦਵੀ ਦੇ ਦਿੱਤੀ ਖੁਦ ਕਿਸ਼ਨ ਭਗਵਾਨ ਜੀ, ਖੁਦ ਆਪ ਖੜੇ ਆ, ਆਪ ਖੁਦ ਰੂਪ ਨੇ ਅਕਾਲ ਪੁਰਖ ਦਾ। ਪਰ ਕਹਿੰਦੇ ਨਹੀਂ ਬਈ,
ਮੇਰੇ ਖਾਧੇ ਪੀਤਿਆਂ ਕੁਛ ਨਹੀਂ ਬਣਨਾ, ਉਹਦੇ ਵਿੱਚ ਪ੍ਰੇਮ ਕੁਛ ਜ਼ਿਆਦਾ ਵਾ, ਤੇ ਉਹਦੇ ਆਇਆ ਹੀ ਗੱਲ ਬਣਨੀ ਹੈ ਤੁਹਾਡੀ। ਚਾਕਰ ਭੇਜੇ, ਲੈ ਕੇ ਆਓ, ਜਵਾਬ ਦੇ ਦਿੱਤਾ। ਪਾਂਡਵ ਖੁਦ ਜਾਣਾ ਸ਼ੁਰੂ ਕਰ ਦਿੱਤੇ। ਅਰਜੁਨ ਗਿਆ, ਭੀਮ ਗਿਆ, ਨਕੁਲ ਗਿਆ, ਸਹਿਦੇਵ ਗਿਆ, ਯੁਧਿਸ਼ਠਿਰ ਖੁਦ ਗਿਆ। ਤੇ ਨਾਲ ਹੀ ਇਹ ਕਹੀ ਜਾਂਦੇ, ਵਾਲਮੀਕ ਮਹਾਰਾਜ ਇਹੀ ਕਹੀ ਜਾਂਦੇ, ਭਾਈ ਚਲੇ ਜਾਣਾ, ਠੀਕ ਹੈ ਜੇ ਤੁਸੀਂ ਜਿੱਦ ਕਰਦੇ ਹੋ, ਪਰ ਮੈਨੂੰ ਹਰ ਕਦਮ ਤੇ ਇੱਕ ਇੱਕ ਕਦਮ ਦੇ ਉੱਤੇ ਇੱਕ ਇੱਕ ਸਮੇਤ ਜਗ ਦਾ ਫਲ ਚਾਹੀਦਾ। ਉਹ ਜਗ ਤਾਂ ਇੱਕ ਕਰਾਉਣਾ ਵੀ ਔਖਾ, ਤਾਂ ਕਹਿੰਦੇ ਇੱਕ ਇੱਕ ਕਦਮ ਤੇ ਦਿਓ। ਹੁਣ ਜਦੋਂ ਇਹ ਗੱਲ ਸੁਣ ਨਮੋਸ਼ੀ ਹੋ ਕੇ ਵਾਪਸ ਮੁੜੇ ਹੁਣ, ਕਿਸੇ ਨੇ ਭਗਵਾਨ ਜੀ ਕੋਲ ਫੇਰ ਬੇਨਤੀ ਕੀਤੀ, ਕਹਿੰਦੇ ਵੀ ਹੈ ਤਾਂ ਤੁਹਾਡੇ ਵਿੱਚੋਂ ਹੀ ਹੈ ਜੋ ਲਿਆ ਸਕਦਾ, ਕਹਿੰਦੇ ਬਾਕੀ ਤਾਂ ਸਾਰੇ ਰਹਿ ਗਏ, ਹੁਣ ਇੱਕ ਦ੍ਰੋਪਦੀ ਰਹਿ ਗਈ, ਇਹਨੂੰ ਭੇਜਦੇ ਆ। ਉਹ ਬੜੀ ਸਮਝਦਾਰ ਸੀ। ਉਹ ਵੱਖਰੀ ਗੱਲ ਹੈ ਕਿ ਉਹ ਤੋਂ ਇੱਕ ਗਲਤ ਕੰਮ ਹੋ ਗਿਆ ਸੀ ਕਿ ਜੋ ਦੁਰਯੋਧਨ ਨੂੰ ਉਸਨੇ ਮਾੜਾ ਬੋਲ ਦਿੱਤਾ। ਉਹ ਵੀ ਕਿ ਪ੍ਰਮਾਤਮਾ ਦੇ ਰੰਗ ਢੰਗ ਹੁੰਦੇ ਆ, ਕਈ ਵਾਰ ਐਸੀ ਗੱਲ ਜਿਹੜੀ ਖੁਦ ਬੰਦਾ ਸੋਚਦਾ ਮੈਂ ਕਹਿਣੀ ਨਹੀਂ ਸੀ, ਰੱਬ ਉਹਦੇ ਮੂੰਹੋਂ ਕਢਾ ਦਿੰਦਾ, ਕਿ ਵਾਹਿਗੁਰੂ ਦੇ ਮੂੰਹੋਂ ਕਢਾਉਣ ਦਾ ਵੀ ਤੂੰ ਕਹਿ ਕਿ ਇਹਦੇ ਨਾਲ ਪਈ ਇੱਕ ਮੈਂ ਖੇਡ ਬਣਾਉਣੀ ਹੈ। ਬਹੁਤੇ ਕਰਮ ਪ੍ਰਮਾਤਮਾ ਖੁਦ ਕਰਵਾ ਦਿੰਦਾ। ਚਲੋ ਉਹ ਤੋਂ ਕਰਮ ਮਾੜਾ ਹੋ ਗਿਆ, ਜੰਗ ਜੁੱਧ ਹੋਏ, ਬਹੁਤ ਕੁਝ ਹੋਇਆ, ਸਭ ਨੂੰ ਪਤਾ ਹੈ। ਫਿਰ ਦ੍ਰੋਪਦੀ ਗਈ, ਸਾਦੇ ਕੱਪੜਿਆਂ 'ਚ ਗਈ, ਸਾਦਗੀ 'ਚ ਗਈ, ਜਾ ਕੇ ਨਿਮਰਤਾ ਭਾਵ ਨਾਲ ਨਮਸਤਕ ਹੋਈ, ਸੇਵਾ ਕੀਤੀ ਤੇ ਨਾਲ ਹੀ ਬੇਨਤੀ ਕੀਤੀ ਕਿ ਸਵਾਮੀ ਜੀ ਤੁਸੀਂ ਕਿਰਪਾ ਕਰੋ ਕਿ ਗਰੀਬਾਂ ਦਾ ਜੋ ਅਸੀਂ ਅਸਮੇਂ ਜਾਗ ਕੀਤਾ ਉਹਦਾ ਭੋਜਨ ਛਕੋ। ਸਵਾਲ ਹੋਈ ਫੇਰ, ਕਹਿੰਦੇ ਬਈ ਇੱਕ ਕਦਮ ਤੇ ਮੈਨੂੰ ਅਸਮੇਂ ਜਗ ਦਾ ਫਲ ਦੇ ਦਿਓ, ਮੈਂ ਤੁਰ ਪੈਣਾ ਤੁਹਾਡੇ ਨਾਲ। ਕਹਿੰਦੇ ਠੀਕ ਆ, ਦੇ ਦਿੰਨੀ ਹੈ। ਕਹਿੰਦੀ ਮੇਰੇ ਕੋਲ ਵੱਡੀ ਗੱਲ ਬਹੁਤ ਪਿਆ ਮੇਰੇ ਕੋਲੇ, ਕਹਿੰਦੇ ਮੇਰੇ ਕੋਲ ਤਾਂ ਬਹੁਤ ਫਲ ਨੇ ਅਸਮੇਂ ਜਗ ਦੇ। ਹੁਣ ਪਤਾ ਸੀ ਵੀ ਇਹਨੇ ਕੀ ਕਹਿਣਾ ਵਾ, ਖੁਦ ਜਾਣਦੇ ਸੀ ਬ੍ਰਹਮ ਦੀ ਗਿਆਨ ਰੱਖਣ ਵਾਲੇ, ਜਿਨ੍ਹਾਂ ਨੇ ਕਈ ਸੌ ਸਾਲ ਪਹਿਲਾਂ ਹੀ ਰਮਾਇਣ ਰਚ ਦਿੱਤੀ ਸੀ, ਉਹ ਵੀ ਰਾਮ ਦੇ ਆਉਣ ਤੋਂ ਪਹਿਲਾਂ। ਇਹ ਪਹਿਲਾਂ ਹੀ ਕਵੀ ਸੀ ਜਿਨ੍ਹਾਂ ਨੇ ਕਿਸੇ ਦੇ ਆਉਣ ਤੋਂ ਪਹਿਲਾਂ ਉਹਨਾਂ ਦੀ ਬਾਇਓਲੋਜੀ ਜੀਵਨ ਗਾਥਾ ਲਿਖ ਦਿੱਤੀ। ਪਤਾ ਸੀ ਉਹਨਾਂ ਨੇ ਵੀ ਕੀ ਕਹਿਣਾ ਨੇ। ਉਹ ਕਹਿੰਦੇ ਹੇ ਸਵਾਮੀ ਜੀ, ਕਹਿੰਦੇ ਅਸੀਂ ਸੁਣਿਆ ਕਿ ਜੇ ਕੋਈ ਭਗਤ ਜਨ, ਕੋਈ ਭਗਤੀ ਕਰਨ ਵਾਲਾ, ਕੋਈ ਸੇਵਾਦਾਰ ਕਿਸੇ ਪਹੁੰਚੇ ਹੋਏ ਸਵਾਮੀ ਵੱਲ ਜਾਂਦਾ ਨਾ, ਸ਼ਰਧਾ ਭਾਵਨਾ ਲੈ ਕੇ ਜਾਂਦਾ, ਕਿ ਹਰ ਕਦਮ ਦੇ ਉੱਤੇ ਉਸ ਨੂੰ ਜਿੰਨੇ ਉਸ ਘਰ ਵੱਲ ਜਾਂਦਾ, ਆਪਣੇ ਸਵਾਮੀ ਵੱਲ ਵੱਧਦਾ, ਹਰ ਇੱਕ ਕਦਮ ਤੇ 100 ਜਗ ਦਾ ਫਲ ਮਿਲਦਾ ਵਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੈ ਤੇ। ਕਿ ਇੱਕ ਇੱਕ ਕਦਮ ਤੁਸੀਂ ਰੱਬ ਵੱਲ ਵਧਾਓਗੇ, ਉਹ ਕਰੋੜਾਂ ਕਦਮ ਅਗਾਂਹ ਨੂੰ ਆਏਗਾ ਤੁਹਾਡੇ ਕੋਲ। ਕਹਿੰਦੇ ਸਵਾਮੀ ਜੀ ਮੈਂ ਤਾਂ ਤੁਹਾਡੇ ਵੱਲ ਇੰਨੇ ਕਦਮ ਚੱਲ ਕੇ ਆਈ ਹਾਂ, ਇਹਦੇ ਵਿੱਚੋਂ ਤੁਸੀਂ ਆਪਦੇ ਕੱਢ ਲਓ, ਬਾਕੀ ਮੇਰੇ ਛੱਡ ਦਿਓ। ਆਖਰ ਨੂੰ ਚੱਲਣਾ ਪਿਆ ਭਾਈ। ਪਤਾ ਵੀ ਮੇਰੀ ਬਾਂਦੀ ਭਗਤ ਛਡਾਵੇ, ਬਾਂਦੇ ਭਗਤ ਨਾ ਛੁੱਟੇ ਹੋਏ। ਪ੍ਰੇਮ ਦੇ ਨਾਲ ਭਾਈ ਪਰਮਾਤਮਾ ਨੂੰ ਆਪਣਾ ਬਣਾਇਆ ਜਾ ਸਕਦਾ ਹੈ, ਉਹਦੇ ਭਗਤਾਂ ਨੂੰ ਬਣਾਇਆ ਜਾ ਸਕਦਾ ਸਿਰਫ ਪ੍ਰੇਮ ਦੇ ਨਾਲ। ਹੋਰ ਕੋਈ ਚਤਰ ਚਤਰਾਈ ਨਹੀਂ, ਕੋਈ ਧਨ ਦੌਲਤ ਨਹੀਂ, ਕੋਈ ਜ਼ੋਰ ਨਹੀਂ, ਕੁਛ ਨਹੀਂ, ਸਿਰਫ ਪ੍ਰੇਮ। ਪ੍ਰੇਮ ਨਾਲ ਵਸਦੇ ਆ ਭਾਈ ਇਹ, ਚਾਹੇ ਭਗਤ ਜਨ ਹੋਣ, ਚਾਹੇ ਖੁਦ ਪ੍ਰਮਾਤਮਾ ਹੋਵੇ। ਪ੍ਰੇਮ ਤੋਂ ਬਗੈਰ ਕੁਛ ਨਹੀਂ ਮਿਲਣਾ ਉੱਥੇ। ਹੁਣ ਜਦੋਂ ਆਈ, ਹੁਣ ਇਹ 'ਚ ਰਸੋਈ ਦਾ ਬਹੁਤ ਵੱਡਾ ਗੁਣ ਸੀਗਾ, ਭਾਵ ਦ੍ਰੋਪਦੀ ਦੇ ਵਿੱਚ ਬਹੁਤ ਵੱਡੀ ਕਲਾ ਸੀ ਕਿ ਉਹਦੇ ਵਰਗੀ ਨਾ ਜੋ ਖਾਣਾ ਭੋਜਨ ਸੀ ਉਹ ਨਹੀਂ ਬਣਾਇਆ ਉਸ ਸਮੇਂ, ਇੰਨੀ ਉਹਦੇ ਵਿੱਚ ਮੁਹਾਰਤ ਸੀ। ਅੱਜ ਵੀ ਜੇ ਕਿਸੇ ਨੂੰ ਖਾਣਾ ਨਾ ਆਉਂਦਾ ਹੋਵੇ ਨਾ, ਦ੍ਰੋਪਦੀ ਨੂੰ ਯਾਦ ਕਰਿਆ ਕਰੋ, ਆਪਣੇ ਆਪ ਗੁਣ ਆ ਜਾਂਦੇ ਆ। ਹੁਣ ਜਦੋਂ ਖਾਣਾ ਬਣਾਇਆ, ਉਹਨੇ 36 ਪ੍ਰਕਾਰ ਦੇ ਭੋਜਨ ਬਣਾਏ। ਹੁਣ ਰੱਬ ਦੇ ਪਿਆਰੇ ਤਾਂ ਉਹਨਾਂ ਦਾ ਭਾਈ ਆਪਣੀ ਕਲਾ ਵਰਤਾਉਣੀ ਹੁੰਦੀ ਹੈ, ਦਿਖਾਉਣੀ ਹੁੰਦੀ ਹੈ।
ਉਹਨੇ ਸਾਰੇ ਭੋਜਨ ਅਲੱਗ-ਅਲੱਗ ਲਾਏ, ਸਭ ਕੁਝ ਕੀਤਾ, ਉਹਨਾਂ ਨੇ ਕੀਤਾ, ਸਭ ਕੁਝ ਇਕੱਠਾ ਕੀਤਾ। ਹੁਣ ਇਹਦੇ ਵਿੱਚ ਵੀ ਕਲਾ ਸੀ ਵੀ ਕਿਉਂ ਇਕੱਠਾ ਕੀਤਾ, ਇਹ ਕੀ ਖਾਣਾ ਨਹੀਂ ਹੁੰਦਾ, ਕੀ ਨਹੀਂ ਹੁੰਦਾ ਸੀ। ਹੁਣ ਭੋਜਨ ਜ਼ਿਆਦਾ ਨੇ, ਹੁਣ ਜਦੋਂ ਖਾਣਾ ਸ਼ੁਰੂ ਕੀਤਾ ਕਹਿੰਦੇ ਕਿਸੇ ਨੇ ਤਾਂ ਕਹਿੰਦੇ ਸੀ ਬਹੁਤ ਵੱਡੇ ਭਗਤ ਨੇ ਸਵਾਮੀ ਜੀ, ਇਹਨਾਂ ਤੋਂ ਵਗੈਰਾ ਕੁਛ ਹੋਣਾ ਨਹੀਂ, ਇਹਨਾਂ ਤਾਂ ਰੋਟੀ ਖਾਣ ਦਾ ਵੀ ਸਮਝ ਨਹੀਂ ਹੈ, ਵੀ ਨੀਚ ਨੇ, ਨੀਚ ਹੀ ਰਹੇ ਨੇ। ਚਲੋ ਜੀ, ਉਹਨਾਂ ਦਾ ਜੋ ਵੀ ਲੰਗਰ ਪਾਣੀ ਛਕਿਆ, ਹੱਥ ਵਗੈਰਾ ਧਵਾਏ, ਜੋ ਕੁਝ ਕਰਨਾ ਸੀ ਕਿਰਿਆ ਕਰਮ ਹੋਇਆ, ਬਈ ਤੁਰ ਪਏ। ਸ਼ੰਖ ਵੱਜਿਆ, ਬੜਾ ਸਲੋ ਆਵਾਜ਼ ਆਈ, ਫੇਰ ਦੇਖਦਿਆ ਕਿ ਸ਼ੰਖ ਦੁਬਾਰਾ ਵੱਜੇ, ਥੋੜਾ ਹੀ ਵੱਜਿਆ ਵਾ। ਫਿਰ ਕਿਸੇ ਨੂੰ ਭਗਵਾਨ ਜੀ ਕੋਲ ਗਏ, ਕਹਿੰਦੇ ਮਹਾਰਾਜ ਤੁਸੀਂ ਤਾਂ ਕਹਿੰਦੇ ਸੀ ਇਹ ਦੇਖੀ ਜੀ ਸਵਾਮੀ ਜੀ ਵੀ ਖੁਦ ਰੱਬ ਦਾ ਰੂਪ ਨੇ, ਇਹਨਾਂ ਦਾ ਲੰਗਰ ਛਕਿਆ, ਥੋੜਾ ਸ਼ੰਖ ਵੱਜਣਾ ਤਾਂ ਫੇਰ ਮਾੜਾ ਜਿਹਾ ਵੱਜਿਆ। ਕਹਿੰਦੇ ਕੋਈ ਗਲਤੀ ਹੋਣੀ ਆ, ਵੱਗਿਆ ਹੋਣੀ ਆ। ਕਹਿੰਦੇ ਸਤਿਗੁਰੂ ਜੀ ਕਿਹੜੀ ਵੱਗਿਆ ਹੋਣੀ ਆ, ਅਸੀਂ ਖੁਦ ਲੈਣ ਵਾਸਤੇ ਗਏ ਆ, ਰਸਤੇ ਵਿੱਚ ਇਹਨਾਂ ਦੇ ਅਸੀਂ ਫੁੱਲ ਵਿਛਾਏ, ਬੜਾ ਕੁਝ ਦੱਸਿਆ। ਕਹਿੰਦੇ ਫਿਰ ਵੀ ਗਲਤੀ ਹੋ ਗਈ ਹੋਣੀ ਕੋਈ ਵੀ। ਸਾਰੇ ਇੱਕ ਦੂਜੇ ਮੂੰਹ ਵੱਲ ਦੇਖਦੇ ਕਿ ਵੀ ਕੀ ਤੋਂ ਗਲਤੀ ਹੋਈ ਹੈ। ਕਹਿੰਦੇ ਦਰੋਤੀ ਨੂੰ ਪੁੱਛੋ। ਹਾਂ ਵੀ ਦਰੋਤੀ ਤੂੰ ਦੱਸ ਤੇਰੇ ਤੋਂ ਗਲਤੀ ਕੀ ਹੋਈ ਹੈ, ਕੀ ਸੋਚਿਆ ਸੀ ਮਨ ਦੇ ਵਿੱਚ। ਕਹਿੰਦੀ ਮੇਰੇ ਤੋਂ ਗਲਤੀ ਹੋ ਗਈ ਸੀ ਇੱਕ, ਕਿ ਮੈਂ ਜਦੋਂ ਇਹਨਾਂ ਨੇ ਖਾਣੇ ਸਾਰੇ ਇਕੱਤਰ ਕਰ ਇਕੱਠੇ ਇੱਕ ਬਰਤਨ 'ਚ ਹੀ ਪਾ ਦਿੱਤੇ, ਸਾਰਾ ਕੁਛ ਰਾਤ ਇੱਕੋ ਜਗ੍ਹਾ, ਖੱਟਾ ਮਿੱਠਾ ਸਭ ਕੁਛ ਇੱਕੋ ਜਗ੍ਹਾ ਕਰ ਦਿੱਤਾ, ਤੇ ਮੈਂ ਉਦੋਂ ਇਹ ਮੁੱਖ ਚੋਂ ਆਵਾਜ਼ ਕਰ ਦਿੱਤਾ ਕਿ ਨੀਚ ਦਾ ਨੀਚ ਹੀ ਰਿਹਾ। ਕਹਿੰਦੇ ਭਾਈ ਤੈਨੂੰ ਪਤਾ ਉਹਨਾਂ ਨੇ ਕਿਉਂ ਇਕੱਠਾ ਕੀਤਾ ਸੀ? ਚਲੋ ਆਪਾਂ ਉਹਨਾਂ ਕੋਲ ਹੀ ਪੁੱਛ ਲੈਂਦੇ ਹਾਂ। ਕਹਿੰਦੇ ਸਵਾਮੀ ਜੀ ਵਿਚਾਰ ਮਨ ਦੇ ਵਿੱਚ ਇੱਕ ਸਵਾਲ ਆਇਆ, ਤੁਸੀਂ ਇਹ ਸਾਰੇ ਖਾਣੇ ਇਕੱਠੇ ਕੀਤੇ ਕਿਉਂ ਕੀਤੇ? ਕਹਿੰਦੇ ਮੈਂ ਤਾਂ ਆਏ ਹਾਂ ਸੰਸਾਰ ਦੇ ਵਿੱਚ ਸਾਰਿਆਂ ਨੂੰ ਇਕੱਠੇ ਕਰਨ ਵਾਸਤੇ, ਕਿ ਸਾਰਿਆਂ ਨੂੰ ਇੱਕ ਪਰਮਾਤਮਾ ਦੇ ਲੜ ਲਾਉਣ ਆਇਆ। ਮੈਂ ਅਲੱਗ-ਅਲੱਗ ਦੇ ਸਵਾਦ ਨਹੀਂ ਦੇਖਣੇ, ਨਾ ਰੱਬ ਦੇਖਦਾ ਅਲੱਗ-ਅਲੱਗ ਦੇ, ਉਹ ਤਾਂ ਇੱਕ ਦੀ ਗੱਲ ਕਰਦਾ। ਮੈਂ ਵੀ ਉਹੀ ਗੱਲ ਕੀਤੀ ਹੈ। ਜਦੋਂ ਚੰਗੇ ਸਵਾਲ ਜਵਾਬ ਹੋਏ, ਪੂਰਾ ਨਿਸ਼ਚਾ ਹੋ ਗਿਆ, ਕਹਿੰਦੇ ਧੀਏ ਇਸ ਕਰਕੇ ਮੈਂ ਖਾਣੇ ਰਲਾਇਆ ਸੀ। ਫਿਰ ਪੰਜੇ ਪਾਂਡਵ ਦ੍ਰੋਪਦੀ ਚਾਨੀ ਡੱਪੇ, ਕਹਿੰਦੇ ਮਹਾਰਾਜ ਸਾਨੂੰ ਤੁਹਾਡੀ ਅਸੀਂ ਮਹਿਮਾ ਨਹੀਂ ਜਾਣਦੇ ਸੀ, ਸਾਤੋਂ ਗਲਤੀ ਹੋ ਗਈ, ਮਾਫ ਦਿਓ। ਜਦੋਂ ਸਾਰੇ ਚਾਨੀ ਡੱਪ ਪਵੇ, ਦੇਖੋ ਕਿੱਡੇ ਕਿੱਡੇ ਯੋਧੇ, ਮਹਾਯੋਧੇ, ਜਿਹਦੇ ਵਿੱਚ ਖੁਦ ਅਰਜਨ ਵਰਗੇ ਮਹਾਰਥੀ, ਭੀਮ ਵਰਗੇ ਯੋਧੇ, ਜਿਹਦੇ ਵਿੱਚ ਹਜ਼ਾਰਾਂ ਹਾਥੀਆਂ ਦਾ ਕਹਿੰਦੇ ਤਾਕਤ ਹੁੰਦੀ ਸੀ, ਬਹੁਤ ਤਾਕਤ ਸੀ ਉਹਨਾਂ ਦੀ ਵੀ, ਜੋ ਵੀ ਸੀ। ਚਲੋ ਵੀ ਸਾਰੇ ਦੇ ਸਾਰੇ ਇੱਕ ਰੱਬ ਦੇ ਭਗਤ ਦੇ ਚਾਨੇ ਡਿੱਗੇ ਹੋਏ ਆ, ਕਿਉਂਕਿ ਰੱਬ ਦੇ ਭਗਤ ਨਾਲੋਂ ਉੱਚਾ ਕੋਈ ਵੀ ਨਹੀਂ। ਨਾਮ ਰਤੇ ਪਾਤਸ਼ਾਹ, ਆਪਾਂ ਹੀ ਬਣ ਜਾਓ ਭਾਈ। ਇਹ ਧਨ ਦੌਲਤ ਤਾਂ ਭਾਈ ਫਿੱਕੀਆਂ ਨੇ, ਤਾਂ ਇੱਥੇ ਦੀ ਇੱਥੇ ਹੀ ਹੈ। ਇਹ ਧਨ ਦੌਲਤ ਵਾਲੀ ਇੱਥੇ ਚੱਲ ਜਾਂਦੀ, ਉੱਥੇ ਨਹੀਂ ਚੱਲਦੀ। ਕਿ ਜੇ ਕੋਈ ਅਮੀਰ ਆਦਮੀ ਹੋਊਗਾ ਨਾ, ਇੱਥੇ ਕੋਈ ਨਾ ਕੋਈ ਉਹ ਕਸ ਕਰ ਸਕਦਾ, ਆਪਣਾ ਜ਼ੋਰ ਅਜਮਾਇਸ਼ ਕਰ ਸਕਦਾ, ਉੱਥੇ ਕੋਈ ਨਹੀਂ ਚੱਲਣੀ। ਜਿਹਦੀ ਉੱਥੇ ਚੱਲ ਗਈ ਸਮਝ ਲਓ ਉਹੀ ਰਾਜਾ, ਉਹੀ ਮਹਾਰਾਜਾ। ਭਗਤਾਂ ਦੀ ਉੱਥੇ ਚੱਲਦੀ ਹੈ। ਤੇ ਪਾਂਡਵਾਂ ਦੀ ਜਦੋਂ ਇੰਨਾ ਮਿਹਨਤ ਤਰਲਾ ਕੀਤਾ, ਫਿਰ ਕਹਿੰਦੇ ਠੀਕ ਆ ਭਾਈ। ਫਿਰ ਅਰਦਾਸ ਹੋਈ, ਬੇਨਤੀ ਸਤਿਗੁਰ ਪਾਤਸ਼ਾਹ ਜੀ ਅਕਾਲ ਪੁਰਖ ਜਿਸ ਵੀ ਮਨੋਕਾਮਨਾ ਭਾਵਨਾ ਨੂੰ, ਇਸ ਕਰਕੇ ਕਹਿੰਦੇ ਆ ਵੀ ਅਰਦਾਸੀ ਸਿੰਘਾਂ ਨੂੰ ਖੁਸ਼ ਕਰਕੇ ਤੋਰਿਆ ਕਰੋ, ਕਿ ਇਹ ਜੋ ਅਰਦਾਸ ਕਰਦੇ ਆ ਰੱਬ ਦੇ ਪਿਆਰੇ, ਇਹਨਾਂ ਨੂੰ ਖੁਸ਼ ਰੱਖਿਆ ਕਰੋ, ਸੇਵਾ ਕਰਿਆ ਕਰੋ। ਆਪਾਂ ਇਹਨਾਂ ਦਾ ਆਦਰ ਭੁੱਲ ਗਏ ਆ, ਤੇ ਇਸ ਕਰਕੇ ਭਾਈ ਅਰਦਾਸ ਫਿਰ ਕਿੱਥੋਂ ਲੱਗਣੀ ਹੈ? ਜਿਹਨੇ ਕਰਨੀ ਹੈ ਉਹਨਾਂ ਤੋਂ ਤੁਸੀਂ ਨਾਰਾਜ਼ ਕਰ ਦਿੰਦੇ ਹੋ। ਇੱਕ ਐਸੀ ਘਟਨਾ ਹੋਈ, ਸੱਚੀ ਹੋਈ ਸੀ, ਕੁਝ ਕੁ ਸਾਲ ਪਹਿਲਾਂ ਦੀ ਗੱਲ ਹੈ। ਤੇ ਨਜ਼ਦੀਕ ਹੀ ਆਪਣੇ ਪਿੰਡ ਖੰਡ ਪਾਠ ਕਰਾਇਆ, ਜਪਜੀ ਸਾਹਿਬ ਕਰਾਇਆ, 10ਵੀਂ ਸੇਵਾ ਨਿਭਾ ਰਿਹਾ ਸੀ ਉੱਥੇ 10 ਪਾਠੀ। ਹੁਣ ਪਤਾ ਵੀ ਸਮਾਗਮ ਹੈ, ਹੁਣ ਸਭ ਨੂੰ ਪਤਾ ਹੁੰਦਾ ਨਾ ਖੰਡ ਪਾਠ ਕੀ ਗੱਲ, ਇਹ ਤਾਂ ਹੈ ਨਹੀਂ ਗਾ। ਹੁਣ ਆਪਾਂ ਕਦੋਂ ਕਰਾਉਣੇ ਆ 2-3 ਮਹੀਨੇ ਤੋਂ ਆਪਾਂ ਖੰਡ ਪਾਠ ਦੀ ਗੱਲ ਕਰ ਰਹੇ ਹਾਂ। ਸਭ ਨੂੰ ਪਤਾ ਵੀ ਜਿਹੜੇ ਜਿਹੜੇ ਬੰਦੋਬਸਤ ਨੇ ਅਸੀਂ ਕਰਕੇ ਰੱਖਦੇ ਆ, ਵੀ ਪਾਠੀ ਸਿੰਘ ਹੋਣਗੇ, ਗੁਰੂ ਦੇ ਵਜ਼ੀਰ ਹੋਣਗੇ, ਖਾਣਾ ਪਾਣੀ ਸੇਵਾ ਉਹਨਾਂ ਦੀ ਭੇਟਾ ਅਲੱਗ ਰੱਖਣੀਆਂ ਕੱਢ ਕੇ। ਇਹ ਤਾਂ ਨਹੀਂ ਚਲੋ ਭਾਈ ਉਹ ਤਾਂ ਜਦੋਂ ਸਮਾਪਤੀ ਹੋਈ ਨਾਲ ਹੀ ਹੱਥ 'ਚ ਫੜਾਓ, ਪ੍ਰਸ਼ਾਦਾ ਛਕਾਓ, ਲਓ ਬਾਬਾ ਜੀ ਸਾਡੀ ਭੁੱਲ ਚੁੱਕ ਸਾਨੂੰ ਮਾਫ ਕਰਿਓ। ਇਹ ਹੁੰਦਾ ਦਰਸਤਕਾਰ। ਉਹ ਸੱਜਣ ਦੇ ਪਾਠ ਕੀਤਾ ਗਰਮੀ ਦੇ ਦਿਨ,
ਜਦੋਂ ਪਾਠੀ ਸਿੰਘ ਭੇਟਾ ਮੰਗਣ ਕਹਿੰਦੇ ਵੀ ਜਾਣਾ ਅਸੀਂ ਜਲਦੀ ਦੂਰ ਦੂਰੋਂ ਆਏ ਆ, ਹੁਣ ਮੇਨ ਜਿੱਥੇ ਜੋ ਹੁੰਦਾ ਉਹ ਕਹਿ ਦਿੰਦਾ ਬਈ ਇਹਨਾਂ ਨੂੰ ਭੇਟਾ ਦਿਓ, ਰੋਟੀ ਖਾ ਲੈਣ ਦਿਓ, ਆਹ ਕਰਨ ਦਿਓ, ਕਰਦੇ ਆ ਜੀ। ਹਾਰ ਕੇ ਦੁਪਹਿਰ ਤੱਕ ਬਿਠਾਇਆ, ਫਿਰ ਵੀ ਕਹਿੰਦਾ ਪਿੱਛੋਂ ਕੀ ਇਹ ਗੱਲ ਜਵਾਬ ਦਿੱਤਾ, ਕਹਿੰਦਾ ਤੁਸੀਂ ਉਦਾਂ ਹੀ ਮੰਗਤਿਆਂ ਵਾਂਗੂ ਕਹਿੰਦੇ ਵੀ ਪੈਸੇ ਮੰਗੀ ਜਾਂਦੇ ਹੋ। ਤੇ ਇੱਕ ਸੱਜਣ ਨੇ ਕਹਿਤਾ ਭਾਈ ਅਸੀਂ ਤੇਰੇ ਘਰ ਦੇ ਵਿੱਚ ਆਏ ਸੀ, ਅਰਦਾਸ ਬੇਨਤੀ ਕੀਤੀ ਹੈ, ਇਹ ਲੱਗਣੀ ਤਦ ਹੈ ਜੇ ਤੇਰੀ ਸ਼ਰਧਾ ਸੱਚੀ ਹੋਵੇ। ਤੂੰ ਇੰਨੇ 10 ਸ਼ਖਸਾਂ ਨੂੰ ਬਿਠਾਇਆ ਇੱਥੇ, ਨਰਾਦਰ ਕੀਤਾ, ਹੋਇਆ ਤਾਂ ਬਹੁਤ ਕੁਛ ਸੀ ਉੱਥੇ। ਫਿਰ ਉਸ ਸ਼ਖਸ ਨੇ 1 ਸਾਲ ਵੀ ਨਹੀਂ ਕੱਢਿਆ, ਗੁਰੂ ਘਰ ਦੇ ਵਜ਼ੀਰਾਂ ਦਾ ਨਰਾਦਰ ਕੀਤਾ ਨਾ, ਤੇ 1 ਸਾਲ ਵੀ ਨਹੀਂ ਕੱਢਿਆ, ਦਵਾਈ ਵੀ ਕੇ ਮਰ ਗਿਆ। ਫਿਰ ਉਹਦੇ ਮਰਗ ਦੇ ਭੁਗਤੇ ਵੀ ਇੱਥੋਂ ਹੀ ਗਏ ਜੱਥੇ। ਇਹ ਹਾਲਾਤ ਹੋਏ ਉਸ ਸ਼ਖਸ ਦੇ। ਭੁੱਲ ਜਾਂਦੇ ਹੋ ਕਿ ਅਰਦਾਸ ਵਾਲੇ ਤੋਂ ਭਾਈ ਜਿੰਨੀ ਇਹਦੀ ਸ਼ਰਧਾ ਭਾਵਨਾ ਦੇ ਨਾਲ ਤੁਸੀਂ ਇਹਦੀ ਸੇਵਾ ਕਰੋਗੇ, ਫਿਰ ਹੀ ਕਾਰਜ ਰਾਸ ਆਉਂਦੇ ਆ। ਅਰਦਾਸ ਜੇ ਦਿਲੋਂ ਤਾਂ ਤਦ ਹੀ ਕਰੇਗਾ ਨਾ ਜਦੋਂ ਤਾਂ ਦਿਲ ਖੁਸ਼ ਹੋਵੇਗਾ, ਕਿ ਮੇਨ ਕੰਮ ਤਾਂ ਸਾਰਾ ਅਰਦਾਸ ਤੇ ਆਉਂਦਾ। ਫਿਰ ਅਰਦਾਸ ਕੀਤੀ ਸਤਿਗੁਰੂ ਵਾਲਮੀਕ ਮਹਾਰਾਜ ਜੀ ਨੇ, ਤੇ ਭਾਈ ਉਹ ਸੰਖ ਵੱਜੇ ਆ, ਤੇ 3 ਲੋਕਾਂ ਵਿੱਚ ਸੁਣੇ ਆ, ਦੇਵੀ ਦੇਵਤਿਆਂ ਨੇ ਸੁਣਿਆ, ਲੋਕਾਂ ਨੇ ਸੁਣਿਆ, ਲੋਕ ਸਭ ਸੁਣਿਆ। ਭਾਈ ਇੰਨੀ ਮਹਿਮਾ ਭਗਤਾਂ ਦੀ ਹੈ, ਰੱਬ ਦੇ ਪਿਆਰਿਆਂ ਦੀ ਹੈ, ਕਿ ਰਾਜੇ ਮਹਾਰਾਜਿਆਂ ਦਾ ਜਿਨ੍ਹਾਂ ਦੇ ਕੋਲੇ ਨਾ ਧਨ ਦੌਲਤ ਦੀ ਕਮੀ, ਨਾ ਤਖਤ ਦੀ ਕਮੀ ਹੈ, ਉਹਨਾਂ ਦਾ ਜ਼ੋਰ ਨਹੀਂ ਚੱਲਿਆ। ਤੇ ਚੱਲਿਆ ਇੱਕ ਭਗਤ ਦੀ ਅਰਦਾਸ ਹੀ ਚੱਲੀ ਹੈ। ਭਗਤਾਂ ਕੋਲ ਅਰਦਾਸ ਹੀ ਹੁੰਦੀ ਹੈ, ਬੇਨਤੀ ਹੁੰਦੀ ਹੈ, ਬੋਲ ਹੀ ਹੁੰਦਾ ਭਗਤਾਂ ਦਾ ਬਈ ਵੀ ਜਿਹੜੇ ਕਮਾਲੇ ਜਿਸਨੇ ਆਪਣੀ ਸੇਵਾ ਕਰਕੇ ਉਹਨਾਂ ਦੇ ਬੇੜੇ ਪਾਰ ਹੈ। ਤੇ ਭਾਈ ਬਾਕੀ ਦਾ ਫਿਰ ਜੋ ਹਾਲਤ ਹੈਗੀ ਸੋ ਭਾਈ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਇਹਨਾਂ ਦਾ ਜਿੰਨਾ ਅਦਬ ਸਤਿਕਾਰ ਕਰੋਗੇ, ਗੁਰਮਤ ਦਾ, ਗੁਰਬਾਣੀ ਦਾ ਅਦਬ ਸਤਿਕਾਰ ਇਹ ਆ, ਇਹ ਨਹੀਂ ਕਿ ਸੋਨੇ ਦੀ ਪਾਲਕੀ ਸਜਾ ਦੇਣਾ। ਇਹਦਾ ਅਦਬ ਸਤਿਕਾਰ ਤਾਂ ਅਸਲ ਇੱਕੋ ਹੀ ਹੈ।